कि सियासत अकाली दल ने पंजाब सरकार ते वड्डा इल्जाम लाया है। मजीठिया मामले नूं लैके सियासत पंजाब दी शिखरां ते है, गरमाई हुई है। अकाली दल ने कहा है कि मजीठिया दी जमानत रोकण दे लई सरकार एक होर झूठा केस पा सकती है, पर अकाली दल इसका डट के मुकाबला करेगा। श्रोमणी अकाली दल वालों बकायदा एक प्रेस कॉन्फ्रेंस करके सीधे सीधे कांग्रेस सरकार ते इल्जाम लाए गए और स्पष्ट तौर पर कहा गया कि मजीठिया ते सरकार ने एक होर केस पाउण दी, एक होर झूठा केस पाउण दी तैयारी कर ली है। सो श्रोमणी अकाली दल का यह बयान है कि मजीठिया की जमानत नूं रोकण दे लई, जमानत अर्जी जिहड़ी हाई कोर्ट दे विच सुनवाई होनी है, उस जमानत नूं रोकण दे लई सारी साजिश है। मजीठिया खिलाफ पहला भी झूठी FIR दर्ज की गई। यूथ अकाली दल के प्रधान बंटी रोमाणा वालों ये इल्जाम सारे प्रेस कॉन्फ्रेंस करके लगाए गए ने। बंटी रोमाणा ने कहा कि मजीठिया ते एक होर केस, झूठा केस दर्ज करने की तैयारी हो रही है। ਸਾਡੇ ਨਾਲ ਪਰਮਬੰਸ ਸਿੰਘ ਬੰਟੀ ਰਮਾਣਾ ਨੇ, ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਵਿਕਰਮ ਮਜੀਠੀਆ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ। ਰਮਾਣਾ ਸਾਹਿਬ ਕਿੱਥੇ ਨੇ ਮਜੀਠੀਆ ਸਾਹਿਬ? ਯਾਰ ਮਜੀਠੀਆ ਸਾਹਿਬ ਨੂੰ ਪੁੱਛਣਾ ਬਾਰੇ ਜਾਣਨਾ, ਉਹਨਾਂ ਨੂੰ ਟੈਲੀਫੋਨ ਕਰ ਲੈ। ਵੀਰ ਤੇਰੇ ਕੋਲੇ ਵੀ ਨੰਬਰ ਹੈ, ਐ ਤਾਂ ਮੇਰੇ ਜਿੰਨੀ ਤੇਰੀ ਗੱਲ ਹੁੰਦੀ ਸੀ ਐ ਨਾ ਕਰ। ਹੁਣ ਤੂੰ ਫਰਕ ਕਰਨ ਲੱਗ ਗਿਆ। ਅੱਜ ਗ੍ਰਹਿ ਮੰਤਰੀ ਕਹਿੰਦੇ ਕਿ ਉਹ ਮੋਬਾਈਲ ਕੋਲੇ ਹੀ ਨਹੀਂ ਉਹਨਾਂ ਦੇ। ਇੱਧਰ ਅੱਜ ਬੰਦੇ ਤੇ ਪਰਚਾ ਹੋ ਗਿਆ, ਹੁਣ ਤੂੰ ਫਰਕ ਨਾ ਕਰ। ਉਨੀ ਮਿੱਤਰਤਾ ਹੀ ਹੈ। ਨਹੀਂ ਸਾਨੂੰ ਇੱਕੋ ਜਿਹਾ, ਪਰ ਗ੍ਰਹਿ ਮੰਤਰੀ ਕਹਿੰਦੇ ਕਿ ਉਹਨਾਂ ਕੋਲੇ ਫੋਨ ਵੀ ਹੈ ਨਹੀਂ। ਕਿਆ ਕਹਿੰਦੇ? ਟਰਾਈ ਕਰਕੇ ਵੇਖ ਭਰਾ, ਸ਼ਾਇਦ ਚੱਲ ਪਏ। ਤੇਰੇ ਨਾਲ ਤਾਰ ਠੀਕ ਸੀ। ਗ੍ਰਹਿ ਮੰਤਰੀ ਨੇ ਕਦੋਂ ਕਰਕੇ ਵੇਖ ਲਿਆ? ਗ੍ਰਹਿ ਮੰਤਰੀ ਦੀਆਂ ਤਾਂ ਤਾਰਾਂ ਵੈਸੇ ਹੀ ਬਲਾਕ ਆ ਉਧਰ। ਸੋ ਗ੍ਰਹਿ ਮੰਤਰੀ ਕਹਿੰਦੇ ਨੇ ਕਿ ਜਾਂ ਜਿਹੜੇ ਬਾਕੀ ਵੀ ਕਾਂਗਰਸ ਦੇ ਲੀਡਰ ਨੇ, ਉਹ ਕਹਿੰਦੇ ਕਿ ਵਿਕਰਮ ਮਜੀਠੀਆ ਫਰਾਰ ਹੋ ਗਏ ਨੇ। ਜੇ ਉਹ ਕਹਿੰਦੇ ਕਿ ਸੱਚੇ ਨੇ ਤਾਂ ਫਿਰ ਫਰਾਰ ਹੋਣ ਦੀ ਕੀ ਲੋੜ ਆ ਕੇ ਜਾਂਚ ਸ਼ਾਮਲ ਹੋ ਜਾਣ। ਦੇਖੋ ਇਹਦੇ 'ਚ ਇੱਕ ਗੱਲ ਬੜੀ ਕਲੀਅਰ ਹੈ। ਕਨਸਟੀਟਿਊਸ਼ਨ ਆਫ ਇੰਡੀਆ ਸਾਨੂੰ ਇੱਕ ਰਾਈਟ ਦਿੰਦੀ ਹੈ ਐਂਟੀਸਪੇਟਰੀ ਬੇਲ ਦਾ। ਇਹ ਸੰਵਿਧਾਨ ਦੇ ਤਹਿਤ ਸਾਡੇ ਕੋਲੇ ਹੱਕ ਹੈ ਇਸ ਗੱਲ ਦਾ। ਜਦੋਂ ਤਾਂ ਅਸੀਂ ਉਸ ਹੱਕ ਦਾ ਵਰਤੋਂ ਕਰਦੇ ਹਾਂ, ਉਦੋਂ ਤਾਂ ਅਸੀਂ ਫਰਾਰ ਹੋ ਗਏ। ਜਦੋਂ ਸੋਨੀਆ ਗਾਂਧੀ ਨੈਸ਼ਨਲ ਹੈਰਲਡ ਕੇਸ ਦੇ ਵਿੱਚ ਜਾਂ ਰਾਹੁਲ ਗਾਂਧੀ ਨੈਸ਼ਨਲ ਹੈਰਲਡ ਕੇਸ 'ਚ ਐਂਟੀਸਪੇਟਰੀ ਬੇਲ 'ਚ ਜਾਂਦੀ ਹੈ, ਜਾਂ ਰੋਬਰਟ ਵਾਡਰਾ ਕਾਂਗਰਸ ਪਾਰਟੀ ਦਾ ਦਮਾਦ ਸਾਹਿਬ ਮਨੀ ਲਾਂਡਰਿੰਗ 'ਚ ਐਂਟੀਸਪੇਟਰੀ 'ਚ ਜਾਂਦਾ ਹੈ, ਜੇ ਭਗਵੰਤ ਸਿੰਘ ਦਾ ਮੁੰਡਾ ਜਾਂਦਾ ਹੈ, ਤੇ ਫਿਰ ਇਹ ਸਾਰਿਆਂ ਤਾਂ ਆਪਦੀ ਹੱਕ ਦੀ ਵਰਤੋਂ ਕਰਦੇ ਹੈ। ਤੇ ਜਦੋਂ ਅਸੀਂ ਕਰ ਲਈਏ ਉਦੋਂ ਇਹਨਾਂ ਦੇ ਢਿੱਡ ਪੀੜ ਹੁੰਦੀ ਹੈ। ਕੀ ਗੱਲ ਹੈ? ਕਾਨੂੰਨ ਵੱਖਰੇ ਹੈ? ਆਰ ਦੇ ਟੂ ਸੈਟਸ ਆਫ ਰੂਲ ਫॉर ਡਿਫਰੈਂਟ ਪੀਪਲ? ਇਸ ਗੱਲ ਦੀ ਸਪਸ਼ਟਤਾ ਦੇ ਦੇਣ। ਤੁਸੀਂ ਕਹਿ ਰਹੇ ਹੋ ਕਿ ਵਿਕਰਮ ਮਜੀਠੀਆ ਤੇ ਜਿਹੜਾ ਹੈਗਾ ਪਰਚਾ ਝੂਠਾ ਦਿੱਤਾ ਗਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਬੜਾ ਕਮਜ਼ੋਰ ਜਿਹਾ ਪਰਚਾ ਦਿੱਤਾ ਗਿਆ। ਤਾਂ ਤੁਹਾਨੂੰ ਕੀ ਲੱਗਦਾ ਹੈ ਫਿਰ ਕੋਰਟ ਦੇ ਵਿੱਚ ਕੀ ਕੁਝ ਹੋ ਸਕਦਾ? ਕਿਉਂਕਿ ਸੁਣਵਾਈ ਵੀ ਹੁਣ ਤੇ ਨੇੜੇ ਜ਼ਮਾਨਤ ਦੀ। ਦੇਖੋ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਉਹ ਆਇਆ ਨਾ ਦਿੱਲੀੋਂ, ਰਾਘਵ ਚੱਡਾ। ਮੈਂ ਜਦੋਂ ਦਾ ਉਹ ਦਿੱਲੀੋਂ ਆਇਆ, ਮੈਂ ਪਹਿਲੀ ਵਾਰੀ ਉਹਦੀ ਗੱਲ ਨਾਲ ਸਹਿਮਤ ਹੋਇਆ। ਬਿਲਕੁਲ ਕਮਜ਼ੋਰ ਕੇਸ ਹੈ। ਕਮਜ਼ੋਰ ਕਿਉਂ ਹੈ? ਕੇਸ ਤਕੜਾ ਕਰਨ ਵਾਸਤੇ ਜਾਂ ਕੇਸ ਤਕੜਾ ਹੋਣ ਵਾਸਤੇ ਤੱਥ ਤੇ ਸਬੂਤ, ਫੈਕਟਸ ਐਂਡ ਪ੍ਰੂਫ ਹੋਣੇ ਬੜੇ ਜ਼ਰੂਰੀ ਹੈ। ਨਾ ਇਸ ਕੇਸ ਦਾ ਕੋਈ ਤੱਥ ਹੈ, ਨਾ ਇਹਦੇ ਕੋਈ ਪ੍ਰੂਫ ਹੈ। ਫਾਊਂਡੇਸ਼ਨ ਹੀ ਹੈ ਨਹੀਂ ਇਸ ਕੇਸ ਦੀ। ਤੁਹਾਨੂੰ ਕੀ ਡਰ ਕੀ ਹੈ? ਕਿਉਂਕਿ ਤੁਸੀਂ ਅਜੇ ਵੀ ਸ਼ੰਕਾਵਾਂ ਜਤਾ ਰਹੇ ਹੋ ਕਿ ਵਿਕਰਮ ਮਜੀਠੀਆ ਨੂੰ ਹੋਰ ਪਰਚੇ 'ਚ ਫਸਾਇਆ ਜਾ ਸਕਦਾ। ਇਸ ਤਰ੍ਹਾਂ ਤੁਸੀਂ ਲਗਾਤਾਰ ਇਲਜ਼ਾਮ ਲਾ ਰਹੇ ਹੋ। ਦੇਖੋ ਡਰ ਕਿਸੇ ਗੱਲ ਦਾ ਨਹੀਂ। ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿਆਂਗਾ, ਇੱਕ ਫੈਕਟ ਹੈ ਜਿਹੜਾ ਤੁਹਾਡੇ ਸਾਹਮਣੇ ਰੱਖਿਆ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਡਰਦੇ ਹਾਂ। ਇਹੋ ਜਿਹੇ ਬਥੇਰੇ ਪਰਚੇ ਅਕਾਲੀ ਦਲ ਦੇ ਵਰਕਰ ਲੀਡਰਾਂ ਤੇ ਇਤਿਹਾਸ ਗਵਾਹ ਹੁੰਦੇ ਰਹੇ ਹੈ। ਸਰਕਾਰਾਂ ਤਸ਼ੱਦਦ ਕਰਦੀਆਂ ਰਹੀਆਂ, ਅਸੀਂ ਤਸ਼ੱਦਦ ਸਹਿੰਦੇ ਰਹੇ ਹਾਂ। ਪਰ ਜਦੋਂ 19 ਦੀ 31 ਪਈ ਨਾ, ਉਦੋਂ ਫਿਰ ਸਿਆ ਨਹੀਂ ਜਾਣਾ। ਮੈਂ ਸਿਰਫ ਇਹ ਫੈਕਟ ਸਾਹਮਣੇ ਰੱਖਿਆ ਕਿ SSP ਵਿਜੀਲੈਂਸ ਤੇ ਦਬਾਅ ਪਾਇਆ ਜਾ ਰਿਹਾ ਹੈ, ਉਹਦੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ, ਕਿਉਂਕਿ ਕੱਲ ਨੂੰ ਬੇਲ ਲੱਗੀ ਹੈ ਵੀ ਇੱਕ ਪਰਚਾ ਹੋਰ ਦਰਜ ਕਰੋ। ਅੱਜ ਜਿਹੜੇ SSP ਵਿਜੀਲੈਂਸ ਅੰਮ੍ਰਿਤਸਰ ਨੂੰ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ। ਤੇ ਉਧਰ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਦਾ SGPC ਪ੍ਰਧਾਨ ਨੇ ਜਵਾਬ ਦਿੱਤਾ ਹੈ। SGPC ਪ੍ਰਧਾਨ ਨੇ ਗ੍ਰਹਿ ਮੰਤਰੀ ਤੇ ਅਸਭਿਅਕ ਭਾਸ਼ਾ ਵਰਤਣ ਦੇ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਹੈ ਕਿ ਗ੍ਰਹਿ ਮੰਤਰੀ ਨੇ ਅਸਭਿਅਕ ਭਾਸ਼ਾ ਵਰਤੀ ਹੈ। SGPC ਪ੍ਰਧਾਨ ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਭਾਸ਼ਾ ਵਰਤਣ ਵਾਲੇ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ ਔਰ ਸੁਖਜਿੰਦਰ ਰੰਧਾਵਾ ਨੂੰ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਨਹੀਂ ਦੇਣੀ ਚਾਹੀਦੀ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ। ਦਰਅਸਲ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਦਿਨੀ ਇੱਕ ਚਿੱਠੀ ਲਿਖੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ। ਇਹ ਚਿੱਠੀ ਲਿਖੀ ਗਈ ਸੀ ਉਹਨਾਂ ਨੂੰ ਸੰਬੋਧਨ ਕਰਦੇ ਹੋਏ, ਔਰ ਇਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੀ ਅਪੀਲ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਗਈ ਹੈ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ, ਉਸ ਦੇ ਨਾਲ ਹਿਰਦੇ ਵਲੂੰਦਰੇ ਗਏ ਨੇ ਔਰ
ਉਹਨਾਂ ਨੇ ਬਾਦਲ ਪਰਿਵਾਰ ਨੂੰ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਲਈ ਮਸੰਦ ਸ਼ਬਦ ਦੀ ਵਰਤੋਂ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮਸੰਦ ਕੌਣ ਨੇ, ਇਹਨਾਂ ਨੂੰ ਪੰਥ ਚੋਂ ਖਾਰਿਜ ਕੀਤਾ ਜਾਣਾ ਚਾਹੀਦਾ ਹੈ। ਇਹ ਚਿੱਠੀ ਲਿਖੀ ਗਈ ਸੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤੇ ਅੱਜ ਉਸ ਚਿੱਠੀ ਦੇ ਜਵਾਬ ਦੇ ਵਿੱਚ ਐਸਜੀਪੀਸੀ ਪ੍ਰਧਾਨ ਦਾ ਇਹ ਬਿਆਨ ਆਇਆ ਹੈ ਕਿ ਗ੍ਰਹਿ ਮੰਤਰੀ ਨੇ ਆਪਣੀ ਚਿੱਠੀ ਦੇ ਵਿੱਚ ਅਸਭਿਅਕ ਭਾਸ਼ਾ ਵਰਤੀ ਹੈ ਔਰ ਅਜਿਹੀ ਭਾਸ਼ਾ ਵਰਤਣ ਵਾਲੇ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ। ਰੰਧਾਵਾ ਸਾਹਿਬ ਨੇ ਜਿਹੜੀ ਚਿੱਠੀ ਅਕਾਲ ਤਖ਼ਤ ਨੂੰ ਲਿਖੀ ਆ ਜੀ, ਇਹਦੀ ਭਾਸ਼ਾ ਬੜੀ ਅਸਭਿਅਕ ਆ। ਦੂਸਰੀ ਗੱਲ, ਇਹ ਪਹਿਲਾਂ ਇਹ ਨਿਰਣਾ ਕਰ ਲੈਣ ਵੀ ਕਿਹੜੇ ਜਥੇਦਾਰ ਨੂੰ ਮੰਨਦੇ ਆ। ਕੁਝ ਦਿਨ ਪਹਿਲਾਂ ਤਾਂ ਇਹ ਸਰਦਾਰ ਆਪਣੇ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਆਪਣੇ ਉਹਨੇ ਬਾਹਰ ਥਾਪੇ ਸਕੇ ਚੰਬੇ ਵਿਖੇ, ਉਹਨਾਂ ਦੇ ਮੋਹਰੇ ਪੇਸ਼ ਹੋ ਰਹੇ ਆ। ਹੁਣ ਇਹ ਅੱਜ ਜਿਹੜੀ ਆ ਚਿੱਠੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਲਿਖ ਰਹੇ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਪਹਿਲਾਂ ਤਾਂ ਇਹ ਫੈਸਲਾ ਕਰ ਲੈਣ ਵੀ ਕਿਹਨੂੰ ਇਹ ਮੰਨਦੇ ਆ। ਦੂਜੀ ਗੱਲ, ਇਹ ਜਿਹੜੀ ਕਾਂਗਰਸ ਪਾਰਟੀ ਜਿਹੜੀ ਅਕਾਲ ਤਖ਼ਤ ਨੂੰ ਢਾਉਣ ਵਾਲੀ, ਜਿਹਦੇ ਕੋਲ ਸਾਡੇ ਕੋਲ ਦੋ ਸਰੂਪ ਪਏ ਆ, ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਹਰ ਕੀ ਪੌੜੀ ਵਾਲਾ ਵੱਡਾ ਸਰੂਪ ਜਿਹਦੇ ਚ ਹਾਲੇ ਵੀ ਗੋਲੀ ਲੱਗੀ ਜ਼ਖਮ ਉਵੇਂ ਪਏ ਆ। ਦੂਆ ਸਾਡੇ ਕੋਲ ਸਰੂਪ ਹੈ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੀ, ਉਸ ਵੇਲੇ ਉਹਨੂੰ ਗੋਲੀਆਂ ਲੱਗੀਆਂ। ਤੇ ਕਿਹੜੀ ਮਰਿਆਦਾ ਦੀ ਗੱਲ ਇਹ ਕਰ ਸਕਦੇ ਆ? ਇਹਨਾਂ ਨੇ ਤਾਂ ਤੋਪਾਂ ਨਾਲ ਬਿਨਿਆ ਕਤਲੇਆਮ ਦਿੱਲੀ ਦੇ ਵਿੱਚ। ਤੁਸੀਂ ਇਹ ਵੀ ਜ਼ਰੂਰ ਪੜਿਆ ਹੋਵੇਗਾ, ਉਸ ਦੇ ਵਿੱਚ ਜਿਹੜਾ ਖਾਸ ਤੌਰ ਤੇ ਇਤਰਾਜ਼ ਜਤਾਇਆ ਗਿਆ ਸੁਖਜਿੰਦਰ ਰੰਧਾਵਾ ਦੇ ਵੱਲੋਂ, ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰ ਦੇ ਵੱਲੋਂ ਜੋ ਕਿਹਾ ਗਿਆ ਹੈ ਕਿ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ, ਅਕਾਲੀ ਦਲ ਨੂੰ ਤਕੜਾ ਕਰਨ ਦੀ ਗੱਲ ਜਿਹੜੀ ਜਥੇਦਾਰ ਦੇ ਵੱਲੋਂ ਕਹੀ ਗਈ ਹੈ, ਖਾਸ ਤੌਰ ਤੇ ਉਸ ਟਿੱਪਣੀ ਤੇ ਉਸ ਬਿਆਨ ਤੇ ਇਤਰਾਜ਼ ਜਤਾਇਆ ਗਿਆ ਰੰਧਾਵਾ ਦੇ ਵੱਲੋਂ। ਨਹੀਂ, ਮੈਂ ਇਹੋ ਤਾਂ ਗੱਲ ਕਰਦਾ ਵੀ ਪਹਿਲਾਂ ਤਾਂ ਇਹ ਨਿਰਣਾ ਇਸ ਗੱਲ ਦਾ ਕਰਨ ਵੀ ਕਿਹਨੂੰ ਮੰਨਦੇ। ਸੈਕੰਡ ਸਿੰਘ ਇਹਨਾਂ ਨੂੰ ਤਾਂ ਕੋਈ ਅਧਿਕਾਰ ਹੀ ਕੋਈ ਨਹੀਂ, ਕਿਉਂਕਿ ਧਾਰਮਿਕ ਮਸਲੇ ਸਾਡੇ ਜਿਹੜੇ ਆ ਇਹਨਾਂ ਕੋਲੋਂ ਐਡਵਾਈਜ਼ਰੀ ਲੈ ਕੇ ਤਾਂ ਨਹੀਂ ਚੱਲਾਂਗੇ। ਜਥੇਦਾਰ ਸਿੰਘ ਸਾਹਿਬ ਕੌਮ ਦਾ ਜਥੇਦਾਰ ਆ, ਉਹਨੂੰ ਇਹ ਦਰਅਸਲ ਕੱਲ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖ ਕੇ ਬਾਦਲ ਪਰਿਵਾਰ ਲਈ ਮਸੰਦ ਸ਼ਬਦ ਵਰਤਿਆ ਸੀ ਤੇ ਇਹ ਵੀ ਲਿਖਿਆ ਸੀ ਕਿ ਬਾਦਲ ਪਿਓ ਪੁੱਤ ਨੂੰ ਪੇਸ਼ ਹੋਣ ਦਾ ਹੁਕਮ ਦੇ ਕੇ ਕੌਮ ਚੋਂ ਖਾਰਜ ਕੀਤਾ ਜਾਵੇ। ਗ੍ਰਹਿ ਮੰਤਰੀ ਵੱਲੋਂ ਜੋ ਪੱਤਰ ਲਿਖਿਆ ਗਿਆ ਸੀ ਉਸ ਦਾ ਮਜ਼ਮੂਨ ਅਸੀਂ ਪੜ੍ਹ ਕੇ ਦੱਸਦੇ ਹਾਂ। ਉਸ 'ਚ ਲਿਖਿਆ ਸੀ ਕਿ ਸਿੰਘ ਸਾਹਿਬ ਜੀਓ, ਆਪ ਜੀ ਵੱਲੋਂ ਜੋ ਅਪੀਲ ਪੰਥ ਨੂੰ ਇਕੱਠਾ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਤਕੜਾ ਕਰਨ ਵਾਸਤੇ ਕੀਤੀ ਗਈ ਹੈ, ਉੱਥੋਂ ਤੱਕ ਤਾਂ ਵਾਜਬ ਹੈ, ਪਰ ਜੋ ਆਪ ਜੀ ਵੱਲੋਂ ਇਸ ਅਪੀਲ ਰਾਹੀਂ ਬਾਦਲ ਦਲ ਨੂੰ ਤਕੜਾ ਹੋਣ ਦੀ ਗੱਲ ਆਖੀ ਗਈ ਹੈ, ਉਸ ਨਾਲ ਆਮ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਨੇ। ਬਾਦਲ ਦਲ ਨੇ ਆਪਣੇ ਆਪ ਨੂੰ ਪੰਥ ਅਤੇ ਪੰਥਕ ਹੋਣ ਤੋਂ ਸਾਲ 1996 ਦੀ ਮੋਗਾ ਕਾਨਫਰੰਸ ਵੇਲੇ ਅਤੇ ਬਾਅਦ ਵਿੱਚ ਭਾਰਤੀ ਚੋਣ ਕਮਿਸ਼ਨ ਕੋਲ ਸੰਵਿਧਾਨ ਪੇਸ਼ ਕਰਕੇ ਵੱਖ ਕਰ ਲਿਆ ਸੀ। ਇਸ ਸੰਬੰਧੀ ਹੁਸ਼ਿਆਰਪੁਰ ਕਚਹਿਰੀਆਂ ਵਿੱਚੋਂ ਇਹਨਾਂ ਅਖੌਤੀ ਪੰਥਕ ਬਾਦਲ ਕਿਆਂ ਦੇ ਕਈ ਵਾਰੰਟ ਨਿਕਲੇ ਨੇ। ਆਪ ਜੀ ਇਹਨਾਂ ਨੂੰ ਹਦਾਇਤ ਕਰੋ ਕਿ ਉੱਥੇ ਕੋਰਟ 'ਚ ਜਾ ਕੇ ਆਪਣੇ ਆਪ ਨੂੰ ਪੰਥਕ ਹੋਣ ਜਾਂ ਨਾ ਹੋਣ ਦਾ ਨਿਬੇੜਾ ਕਰ ਦੇਣ। ਇਹ ਵੀ ਪੁੱਛਣ ਦੀ ਲੋੜ ਹੈ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਤੇ ਕਾਬਜ ਰਹੇ ਕਿਹੜੇ ਮਸੰਦਾਂ ਨੇ ਜਾਮੇ ਹਿੰਸਾ ਵਿੱਚ ਸ਼ਾਮਿਲ ਡੇਰਾਦਾਰ ਨਾਲ ਸਾਂਝਾਂ ਪੁਗਾਈਆਂ। ਸਾਲ 2015 ਦੀਆਂ ਹਿਰਦੇ ਵੇਦਕ ਬੇਅਦਬੀਆਂ ਦੀਆਂ ਘਟਨਾਵਾਂ ਬਰਗਾੜੀ, ਮੱਲ ਕੇ ਅਤੇ ਗੁਰੂਸਰ ਭਗਤਾਂ ਆਦਿ ਨੂੰ ਅੰਜਾਮ ਦਿੱਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜਬੂਰ ਕਰਕੇ ਸੌਦਾ ਸਾਧ ਨੂੰ ਮਾਫੀ ਦਵਾਈ। ਕੀ ਇਹ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਪਿਓ ਪੁੱਤ ਨਾਲੋਂ ਵੱਡਾ ਮਸੰਦ ਕੋਈ ਹੈ? ਸੁਖਜਿੰਦਰ ਰੰਧਾਵਾ ਨੇ ਅੱਗੇ ਲਿਖਿਆ ਕਿ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਕਤ ਸਾਰਿਆਂ ਨੂੰ ਧਿਆਨ 'ਚ ਰੱਖਦੇ ਹੋਏ ਪੰਥਕ ਰਵਾਇਤਾਂ ਮੁਤਾਬਕ ਇਹਨਾਂ ਪਿਓ ਪੁੱਤ ਮਸੰਦਾਂ ਨੂੰ ਹਾਜ਼ਰ ਕਰਕੇ ਕੌਮ 'ਚੋਂ ਖਾਰਿਜ ਕੀਤਾ ਜਾਵੇ। ਇਹ ਵਾਲੀ ਚਿੱਠੀ ਸੁਖਜਿੰਦਰ ਰੰਧਾਵਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੀ ਗਈ ਸੀ।